यार चले बार दा सीजन 1 मेरा वन ऑफ द फेवरेट शो है। ਮੈਨੂੰ ਨਹੀਂ ਲੱਗਦਾ ਇਸ ਤੋਂ ਵਧੀਆ ਵੈਬ ਸੀਰੀਜ਼ ਬਣੀ ਹੈ ਪੰਜਾਬ ਵਿੱਚ ਇਸ ਤੋਂ ਪਹਿਲਾਂ। ਸੀਜ਼ਨ 1 ਦੇ ਵਿੱਚ ਹਿਊਮਰ ਸੀ, ਪੰਜਾਬ ਦੇ ਯੂਥ ਦੇ ਨਾਲ ਜੁੜੇ ਮੁੱਦੇ ਸੀ, ਇਮੋਸ਼ਨਸ ਵੀ ਸੀ, ਸਸਪੈਂਸ ਵੀ ਸੀ, ਇੱਕ ਕੰਪਲੀਟ ਪੈਕੇਜ ਸੀ ਇਹ ਵੈਬ ਸੀਰੀਜ਼। ਹੁਣ ਇਸ ਵੈਬ ਸੀਰੀਜ਼ ਦਾ ਸੈਕੰਡ ਸੀਜ਼ਨ ਆ ਗਿਆ ਹੈ। 6 ਦੇ 6 ਐਪੀਸੋਡਸ ਤੁਸੀਂ YouTube ਤੇ ਵੇਖ ਸਕਦੇ ਹੋ ਐਂਡ ਆਈ ਐਮ ਸ਼ੋਰ ਬਹੁਤ ਸਾਰੇ ਲੋਕਾਂ ਨੇ ਵੇਖ ਵੀ ਲਏ ਹੋਣੇ ਨੇ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਵੈਬ ਸੀਰੀਜ਼ ਦਾ ਰਿਵਿਊ ਕਰਨ ਦੀ ਇੱਕ ਕੋਸ਼ਿਸ਼ ਕਰਾਂਗੇ, ਇਸ ਦੀਆਂ ਖਾਮੀਆਂ ਤੇ ਖੂਬੀਆਂ ਬਾਰੇ ਗੱਲ ਕਰਕੇ। ਸਭ ਤੋਂ ਪਹਿਲਾਂ ਇੱਕ ਨਜ਼ਰ ਖੂਬੀਆਂ ਵੱਲ। ਸੈਪਰੇਟ ਐਪੀਸੋਡ ਫॉर ਈਚ ਕੈਰੈਕਟਰ। ਇਸ ਵੈਬ ਸੀਰੀਜ਼ ਦੀ ਸਭ ਤੋਂ ਖਾਸ ਗੱਲ ਇਹ ਹੈ ਵੀ ਇੱਥੇ ਇੱਕ ਐਪੀਸੋਡ ਇੱਕ ਕੈਰੈਕਟਰ ਨੂੰ ਡਿਵੋਟ ਕੀਤਾ ਗਿਆ ਹੈ, ਜਿਸ ਨਾਲ ਕਿ ਸਾਨੂੰ ਹਰ ਕਿਰਦਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ। ਜਿਵੇਂ ਕਿ ਮੈਂ ਪਿਛਲੇ ਸੀਜ਼ਨ ਦੇ ਰਿਵਿਊ ਵਿੱਚ ਕਿਹਾ ਸੀ ਵੀ ਰਮਨੀਕ ਤੇ ਪ੍ਰੀਤ ਤੇ ਇੱਕ ਅਲੱਗ ਤੋਂ ਐਪੀਸੋਡ ਆਉਣਾ ਚਾਹੀਦਾ ਹੈ। ਸੀਜ਼ਨ 2 ਵਿੱਚ ਸਾਡੀ ਉਹ ਖੁਆਇਸ਼ ਪੂਰੀ ਹੋ ਜਾਂਦੀ ਹੈ ਜਿਹੜੇ ਕਿਰਦਾਰਾਂ ਨੂੰ ਅਸੀਂ ਸ਼ਾਇਦ ਪਹਿਲੇ ਸੀਜ਼ਨ ਵਿੱਚ ਉਨੀ ਚੰਗੀ ਤਰ੍ਹਾਂ ਨਹੀਂ ਸੀ ਜਾਣ ਪਾਏ, ਸੈਕੰਡ ਸੀਜ਼ਨ ਤੋਂ ਬਾਅਦ ਉਹ ਕਿਰਦਾਰ ਵੀ ਸਾਨੂੰ ਆਪਣੇ ਲੱਗਣ ਲੱਗ ਜਾਂਦੇ ਨੇ। ਹਿਊਮਨਾਈਜ਼ ਦਾ ਕੈਰੈਕਟਰਸ। ਇੱਕ ਹੋਰ ਚੀਜ਼ ਜੋ ਮੈਨੂੰ ਇਸ ਵੈਬ ਸੀਰੀਜ਼ ਦੀ ਵਧੀਆ ਲੱਗੀ ਵੀ ਇੱਥੇ ਕਿਸੇ ਵੀ ਕਿਰਦਾਰ ਨੂੰ ਵਿਲਨ ਨਹੀਂ ਬਣਾਇਆ ਗਿਆ। ਹਰ ਕਿਰਦਾਰ ਦੀਆਂ ਸ਼ੇਡਸ ਦਿਖਾਈਆਂ ਗਈਆਂ। ਜੇ ਕਿਸੇ ਵਿੱਚ ਕੁਝ ਚੰਗਾ ਸੀ ਤੇ ਕੁਝ ਮਾੜਾ ਵੀ ਸੀ, ਜੇ ਕੋਈ ਬੰਦਾ ਮਾੜਾ ਸੀ ਤੇ ਉਹਦੇ ਵਿੱਚ ਕੁਝ ਚੰਗਾ ਵੀ ਸੀ। ਪੱਲਵੀ ਨੂੰ ਭਾਵੇਂ ਇਹ ਸੀਰੀਜ਼ ਇੱਕ ਬੈਡ ਗਰਲ ਬਣਾ ਕੇ ਪੇਸ਼ ਕਰਦੀ ਹੈ, ਪਰ ਉਹ ਬੈਡ ਗਰਲ ਕਿਵੇਂ ਬਣੀ ਇਹ ਵੈਬ ਸੀਰੀਜ਼ ਇਹ ਦਿਖਾਣਾ ਵੀ ਨਹੀਂ ਭੁੱਲਦੀ। ਐਪੀਸੋਡ 1 ਵਿੱਚ ਜਦੋਂ ਪੱਲਵੀ ਅਮੀਰ ਲੋਕਾਂ ਨੂੰ ਦੇਖਦੀ ਹੈ ਤੇ ਉਹਦੇ ਮਨ ਵਿੱਚ ਵੀ ਖਿਆਲ ਉਮੜਦੇ ਨੇ ਵੀ ਕਾਸ਼ ਮੇਰੇ ਕੋਲ ਵੀ ਬ੍ਰਾਂਡਸ ਹੋਣ, ਮੈਂ ਵੀ ਵਧੀਆ ਥਾਵਾਂ ਤੇ ਘੁੰਮਾਂ। ਐਂਡ ਐਟ ਦ ਐਂਡ ਆਫ ਦ ਡੇ ਆਪਾਂ ਸਾਰੇ ਇਦਾਂ ਦੇ ਹੀ ਤੇ ਹੈਗੇ ਆ। ਇਸੇ ਤਰ੍ਹਾਂ ਆਇਲਸ ਟੀਚਰ ਮਿਹਰ ਦਾ ਹਸਬੈਂਡ ਭਾਵੇਂ ਉਹਦੇ ਉੱਤੇ ਦੋਸ਼ ਲਾਉਂਦਾ ਹੈ, ਪਰ ਜਦੋਂ ਉਸ ਨੂੰ ਸੱਚ ਪਤਾ ਚੱਲਦਾ ਹੈ, ਜਿਸ ਤਰੀਕੇ ਦੇ ਨਾਲ ਉਹ ਆਪਣੀ ਸਾਈਡ ਆਫ ਸਟੋਰੀ ਦੱਸਦਾ ਹੈ, ਆਪਾਂ ਨੂੰ ਵੀ ਇਦਾਂ ਲੱਗਦਾ ਹੈ ਵੀ ਸ਼ਾਇਦ ਜੇ ਅਸੀਂ ਉਹਦੀ ਥਾਂ ਤੇ ਹੁੰਦੇ ਤੇ ਅਸੀਂ ਵੀ ਇਦਾਂ ਹੀ ਕਰਦੇ। ਇੰਪੋਰਟੈਂਟ ਇਸ਼ੂਜ਼ ਰੇਜ਼ਡ। ਪਹਿਲੇ ਸੀਜ਼ਨ ਵਾਂਗ ਹੀ ਇੱਥੇ ਵੀ ਪੰਜਾਬ ਦੀ ਯੁਵਾ ਪੀੜ੍ਹੀ ਦੇ ਨਾਲ ਜੁੜੇ ਬਹੁਤ ਸਾਰੇ ਮੁੱਦਿਆਂ ਦੇ ਵੱਲ ਤੁਹਾਡਾ ਧਿਆਨ ਲੈ ਕੇ ਜਾਇਆ ਜਾਂਦਾ ਹੈ। ਐਪੀਸੋਡ 5 ਦੇ ਵਿੱਚ ਜਦੋਂ ਮੀਂਹ ਪੈ ਰਿਹਾ ਹੁੰਦਾ ਹੈ ਤੇ ਉਹ ਜੇਜੇ ਲਈ ਤਾਂ ਚਿਲ ਮੌਸਮ ਹੁੰਦਾ ਹੈ, ਪਰ ਯਾਦੀ ਲਈ ਮਾੜਾ ਟਾਈਮ, ਕਿਉਂਕਿ ਉਹਦੇ ਬਾਪੂ ਦੀ 6 ਮਹੀਨਿਆਂ ਦੀ ਕਮਾਈ ਮਿੱਟੀ ਹੋ ਜਾਂਦੀ ਹੈ। ਕਿਸਾਨਾਂ ਦਾ ਮੰਦਾ ਹਾਲ ਇਸ ਸਬ ਪਲਾਟ ਤੋਂ ਸਭ ਦੇ ਸਾਹਮਣੇ ਆਉਂਦਾ ਹੈ। ਹੈਰੀ ਜਿਸ ਤਰ੍ਹਾਂ ਐਪੀਸੋਡ 6 ਦੇ ਵਿੱਚ ਵਾਪਸ ਆਉਂਦਾ ਹੈ, ਹੁਣ ਉਹ ਕੈਬ ਚਲਾਉਂਦਾ ਹੁੰਦਾ ਹੈ ਐਂਡ ਜਿਸ ਤਰੀਕੇ ਨਾਲ ਉਹ ਦੱਸਦਾ ਹੈ ਵੀ ਹੁਣ ਉਹ ਵਿਹਲਾ ਨਹੀਂ, ਉਸ ਦੀ ਵਧੀਆ ਫਾਈਨੈਂਸ਼ੀਅਲ ਕੰਡੀਸ਼ਨ ਹੈ, ਉਸ ਨਾਲ ਇਹ ਮੈਸੇਜ ਫਾਰਵਰਡ ਹੁੰਦਾ ਹੈ ਵੀ ਜੋ ਕੰਮ ਬੰਦਾ ਬਾਹਰ ਜਾ ਕੇ ਕਰਦਾ ਹੈ ਉਹ ਇੱਥੇ ਵੀ ਤਾਂ ਕਰ ਹੀ ਸਕਦਾ ਹੈ ਨਾ। ਰਮਨੀਕ ਦੀ ਕਹਾਣੀ ਦੇ ਥਰੂ ਪੰਜਾਬ ਵਿੱਚ ਗਰੀਬ ਘਰਾਂ ਦੀਆਂ ਕੁੜੀਆਂ ਦਾ ਵਿਆਹ ਕਿਵੇਂ ਬਾਹਰ ਜਾਣ ਲਈ ਇੱਕ ਸੌਦਾ ਬਣ ਕੇ ਰਹਿ ਗਿਆ ਹੈ, ਉਹ ਮੁੱਦਾ ਉਜਾਗਰ ਹੁੰਦਾ ਹੈ। ਹਲਕੀ ਫੁਲਕੀ ਮਸਤੀ ਮਜ਼ਾਕ ਦੇ ਵਿੱਚ ਇਹ ਵੈਬ ਸੀਰੀਜ਼ ਕਈ ਜ਼ਰੂਰੀ ਸਵਾਲ ਚੱਕਦੀ ਹੈ। ਸੋਲਿਡ ਕਾਸਟ। ਇਸ ਵੈਬ ਸੀਰੀਜ਼ ਨੂੰ ਜੇ ਕੋਈ ਚੀਜ਼ ਸਭ ਤੋਂ ਜ਼ਿਆਦਾ ਦੇਖਣ ਲਾਇਕ ਬਣਾਉਂਦੀ ਹੈ ਤੇ ਉਹ ਹੈ ਇਸ ਵੈਬ ਸੀਰੀਜ਼ ਦੀ ਸਟਾਰ ਕਾਸਟ। ਅਰਸ਼ਵੀਰ ਪੱਟੀ, ਰਾਜਵੀਰ ਕੌਰ, ਆਨੰਦ ਪ੍ਰਿਆ ਤੇ ਚੇਸ਼ਟਾ ਅਹੂਜਾ ਸਭ ਤੋਂ ਜ਼ਿਆਦਾ ਇੰਪ੍ਰੈਸ ਕਰਦੇ ਨੇ। ਸਾਰੀਆਂ ਹੀ ਕੁੜੀਆਂ ਨੂੰ ਜੋ ਵੀ ਕਿਰਦਾਰ ਦਿੱਤੇ ਗਏ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਵਿੱਚ ਆਪਣੇ ਐਲੀਮੈਂਟਸ ਐਡ ਕਰਕੇ ਨਿਭਾਏ। ਜੋਧ ਅੰਟਾਲ ਤੇ ਗੈਵੀ ਡਸਕਾ ਦੇ ਕੰਮ ਵਿੱਚ ਵੀ ਤੁਸੀਂ ਕਮੀ ਨਹੀਂ ਕੱਢ ਸਕਦੇ। ਪਿਛਲੇ ਸੀਜ਼ਨ ਵਾਂਗ ਹੀ ਇਸ ਸੀਜ਼ਨ ਵਿੱਚ ਵੀ ਜਸ ਢਿੱਲੋਂ ਯਾਨੀ ਕਿ ਸਾਡੇ ਆਪਣੇ ਸਮਨ ਹੈਵੀ ਲਿਫਟਿੰਗ ਕਰਦੇ ਨਜ਼ਰ ਆਉਂਦੇ ਨੇ ਤੇ ਸੀਰੀਜ਼ ਨੂੰ ਬੰਨ ਕੇ ਰੱਖਦੇ ਨੇ। ਸਮ ਸਵੀਟ ਟੈਂਡਰ ਮੂਮੈਂਟਸ। ਇਸ ਸੀਜ਼ਨ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਮੂਮੈਂਟਸ ਨੇ ਜਿਨ੍ਹਾਂ ਵਿੱਚ ਸੀਰੀਜ਼ ਪੀਕ ਕਰਦੀ ਦਿਸਦੀ ਹੈ। ਯਾਦੀ ਤੇ ਸਮਨ ਦੀ ਫਰੈਂਡਸ਼ਿਪ ਦਾ ਟੁੱਟਣਾ ਤੇ ਫਿਰ ਜੁੜਨਾ, ਰਮਨੀਕ ਦੇ ਉਸ ਦੇ ਪਰਿਵਾਰ ਤੇ ਉਸ ਦੀਆਂ ਭੈਣਾਂ ਦੇ ਨਾਲ ਸੀਨਸ ਬੜੀ ਪਿਆਰੀ ਜਿਹੀ ਫੈਮਿਲੀ ਵਾਈਬ ਦਿੰਦੇ ਨੇ। ਐਂਡ ਜਿਸ ਤਰ੍ਹਾਂ ਲਾਸਟ ਐਪੀਸੋਡ ਦੇ ਵਿੱਚ ਇਸ ਸੀਰੀਜ਼ ਨੂੰ ਕਨਕਲੂਡ ਕੀਤਾ ਜਾਂਦਾ ਹੈ ਇੱਕ ਗੀਤ ਦੇ ਨਾਲ ਵੀ ਬੰਦਾ ਐਵੇਂ ਹੀ ਬਾਹਰ ਨਹੀਂ ਜਾਂਦਾ, ਉਸ ਨੂੰ ਮਜਬੂਰੀਆਂ ਲੈ ਕੇ ਜਾਂਦੀਆਂ ਨੇ। ਐਂਡ ਦ ਫਾਈਨਲ ਸੀਨ ਜਿੱਥੇ ਹੈਰੀ ਆਪਣੀ ਗਰਲਫ੍ਰੈਂਡ ਨੂੰ ਕੈਬ ਦੇ ਵਿੱਚ ਬਿਠਾ ਕੇ ਲੈ ਕੇ ਜਾਂਦਾ ਹੈ, ਇੱਦਾਂ ਦੇ ਕੁਝ ਸੀਨਸ ਇਸ ਸੀਰੀਜ਼ ਨੂੰ ਉਸ ਦਾ ਧੜਕਦਾ ਹੋਇਆ ਦਿਲ ਦਿੰਦੇ ਨੇ। ਖੂਬੀਆਂ ਤੋਂ ਬਾਅਦ ਹੁਣ ਇੱਕ ਨਜ਼ਰ ਖਾਮੀਆਂ ਵੱਲ। ਡਿਵੋਇਡ ਆਫ ਹਿਊਮਰ। ਜੇ ਤੁਸੀਂ ਇਹ ਉਮੀਦ ਲਾ ਕੇ ਬੈਠੇ ਹੋ ਵੀ ਪਿਛਲੇ ਸੀਜ਼ਨ ਵਾਂਗ ਹੀ ਇਹ ਸੀਜ਼ਨ ਵੀ ਤੁਹਾਨੂੰ ਹਸਾਉਣ ਵਾਲੀ ਕੋਈ ਕਸਰ ਨਹੀਂ ਛੱਡੇਗਾ, ਤਾਂ ਇਸ ਵਾਰ ਇਦਾਂ ਦਾ ਕੁਝ ਨਹੀਂ ਹੁੰਦਾ, ਕਿਉਂਕਿ ਸਾਰੇ ਹੀ ਕਿਰਦਾਰਾਂ ਦੀ ਜ਼ਿੰਦਗੀ ਦੁੱਖਾਂ ਦਰਦਾਂ ਨਾਲ ਘਿਰ ਗਈ ਹੈ, ਮੈਟਰ ਸੀਰੀਅਸ ਹੋ ਗਏ ਨੇ। ਇਸ ਲਈ ਇਸ ਸੀਜ਼ਨ ਦੇ ਵਿੱਚ ਹਿਊਮਰ ਕਿਤੇ ਹੀ ਦੇਖਣ ਨੂੰ ਮਿਲਦਾ ਹੈ, ਜੋ ਕਿ ਸ਼ਾਇਦ ਬਹੁਤੇ ਲੋਕਾਂ ਨੂੰ ਪਸੰਦ ਨਾ ਆਏ। ਰੀਜ਼ਨ ਬੀਇੰਗ ਪਹਿਲੇ ਸੀਜ਼ਨ ਦੇ ਨਾਲ ਆਪਾਂ ਇੱਕ ਐਕਸਪੈਕਟੇਸ਼ਨ ਸੈੱਟ ਕੀਤੀ ਸੀ ਵੀ ਇਸ ਸੀਰੀਜ਼ ਵਿੱਚ ਤੁਹਾਨੂੰ ਆਹ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਐਂਡ ਜਦੋਂ ਉਹਨਾਂ ਵਿੱਚੋਂ ਇੱਕ ਚੀਜ਼ ਨਹੀਂ ਮਿਲੇਗੀ ਤੇ ਬੰਦਾ ਥੋੜਾ ਜਿਹਾ ਆਫ ਤਾਂ ਹੋ ਹੀ ਜਾਂਦਾ ਹੈ। ਅਨਕਨਵਿੰਸਿੰਗ ਕੈਰੈਕਟਰ ਆਰਕਸ। ਇੱਕ ਹੋਰ ਪ੍ਰੋਬਲਮ ਜਿਹੜੀ ਸੀਜ਼ਨ 2 ਵਿੱਚ ਦੇਖਣ ਨੂੰ ਮਿਲਦੀ ਹੈ ਵੀ ਕਈ ਕਿਰਦਾਰਾਂ ਦੀ ਕਹਾਣੀ ਨੂੰ ਬੜਾ ਲੰਮਾ ਖਿੱਚਿਆ ਜਾਂਦਾ ਹੈ ਪਰ ਨਤੀਜਾ ਕੋਈ ਨਿਕਲਦਾ ਨਹੀਂ।
ਫੋਰ ਐਗਜ਼ਾਮਪਲ ਆਇਲਸ ਟੀਚਰ ਮਿਹਰ ਦੀ ਸਟੋਰੀ ਨੂੰ ਥੋੜਾ ਕੱਟ ਸ਼ਾਰਟ ਕੀਤਾ ਜਾ ਸਕਦਾ ਸੀ, ਖਾਸ ਤੌਰ ਤੇ ਕੋਰਟ ਰੂਮ ਵਾਲੇ ਸੀਨਸ, ਕੰਸੀਡਰਿੰਗ ਕਿ ਉਹਨਾਂ ਕੋਰਟ ਰੂਮਸ ਦਾ ਕੋਈ ਨਤੀਜਾ ਤਾਂ ਨਿਕਲਦਾ ਹੀ ਨਹੀਂ। ਕਰਮ ਤੇ ਨਿਮਰਤ ਵਾਲੇ ਪਲਾਟ ਵਿੱਚ ਵੀ ਕਮੀਆਂ ਦਿਸਦੀਆਂ ਨੇ। ਤੁਸੀਂ ਆਖਰੀ ਐਪੀਸੋਡ ਤੱਕ ਇਹ ਸਮਝ ਹੀ ਨਹੀਂ ਪਾਉਂਦੇ ਵੀ ਕਰਮ ਆਖਿਰਕਾਰ ਚਾਹੁੰਦਾ ਕੀ ਹੈ, ਉਹਦੇ ਦਿਮਾਗ ਨੂੰ ਤੁਸੀਂ ਪੜ੍ਹ ਹੀ ਨਹੀਂ ਪਾਉਂਦੇ। ਐਂਡ ਜੇ ਦੀ ਕਹਾਣੀ ਵੀ ਓਵਰਆਲ ਥੀਮ ਦੇ ਨਾਲ ਓਨੀ ਟੁਕਦੀ ਨਹੀਂ ਦਿਸਦੀ, ਐਂਡ ਜਿਸ ਤਰੀਕੇ ਨਾਲ ਉਹ ਕਈ ਸਿਚੁਏਸ਼ਨਸ ਦੇ ਵਿੱਚ ਰਿਐਕਟ ਕਰਦਾ ਹੈ ਉਹ ਵੀ ਉਹਨਾਂ ਕਨਵਿੰਸਿੰਗ ਨਹੀਂ ਲੱਗਦਾ। ਐਂਡ ਜਿਸ ਤਰੀਕੇ ਨਾਲ ਇਹ ਵੈਬ ਸੀਰੀਜ਼ ਉਹਦੀ ਸਟੋਰੀ ਨੂੰ ਕਨਕਲੂਡ ਕਰਦੀ ਹੈ ਉਹ ਵੀ ਦੇਖ ਕੇ ਇਦਾਂ ਲੱਗਦਾ ਹੈ ਵੀ ਇਹ ਕਿਰਦਾਰ ਜੇ ਕਹਾਣੀ ਦੇ ਵਿੱਚ ਨਾ ਵੀ ਹੁੰਦਾ ਤਾਂ ਕੋਈ ਬੜਾ ਫਰਕ ਨਹੀਂ ਸੀ ਪੈਣਾ। ਤੁਹਾਨੂੰ ਇਹ ਵੈਬ ਸੀਰੀਜ਼ ਕਿਵੇਂ ਦੀ ਲੱਗੀ ਤੇ ਤੁਸੀਂ ਇਸ ਵੈਬ ਸੀਰੀਜ਼ ਨੂੰ 5 ਵਿੱਚੋਂ ਕਿੰਨੇ ਸਟਾਰ ਦਿਓਗੇ, ਜ਼ਰਾ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਿਓ। ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲਓ ਸਰਦਾਰ ਸਟੇਕ ਚੈਨਲ।